ਆਏ ਤੇ ਮੇਰੇ ਤੋਂ ਵੀ ਉੱਚੇ ਭਾ ਵੇ ਭਾ ਤੇਰੀ ਦੁਕਾਨ ਚੱਲੇ ਮੁਰਗੀਆਂ ਵਿਕਣ ਲੈਗ ਪੀਸ ਚੱਲਣ ਜਿਉਂਦਾ ਵੇਖਾਂ 10 ਦਾ ਨੋਟ ਦਿੱਤਾ ਤੇ 10 ਲੱਖ ਮਿਲਣਾ ਵੇ ਬਾਊ ਸਲਾਮ ਅਲੈਕਮ ਵਾਲੇਕੁਮ ਸਲਾਮ ਰਕਸ਼ਾ ਪੁੱਤ ਪਰਾਂ ਕਰ ਲਾ ਪਰਾਂ ਵੇ ਬਾਊ ਉਹ ਜਗ੍ਹਾ ਤੱਤੀ ਹੈ ਬਾਰ ਬਾਰ ਕੁਰਸੀ ਐਨੂੰ ਕਰੀ ਜਾਨੀ ਤੂੰ ਮੈਂ ਤੇਰੇ ਨੇੜੇ ਹੋਣਾ ਚਾਹੁੰਦੀ ਨੇੜੇ ਆ ਇੱਕ ਮਿੰਟ ਕਰ ਜਾ ਐਡਾ 100 ਸੀ ਨਾ ਨਵਾਂ ਮੈਂ ਤੈਨੂੰ ਦੇਤਾ ਉਹ ਥੋੜਾ ਪਰਾਂ ਹੋ ਜਾ ਕੰਮ ਦਾ ਟਾਈਮ ਆ अस्सलाम वालेकुम ਕੀ ਹਾਲ ਹੈ ਠੀਕ ਹੋ ਬੜਾ ਕੱਦ ਦਾ ਨਾਲੇ ਪਤਾ ਲੱਗ ਜਾਏਗਾ ਗੋਲ ਚੱਕ ਰਹੀ ਆਏ ਤੇ ਮੇਰੇ ਤੋਂ ਵੀ ਉੱਚਾ ਹੀ ਭਾ ਦੇਖੋ ਕੋਈ ਇਮਦਾਦ ਕਰ ਦੇ ਵੇ ਭਾ ਤੇਰੀ ਦੁਕਾਨ ਚੱਲੇ ਮੁਰਗੀਆਂ ਵਿਕਣ ਲੈਗ ਪੀਸ ਚੱਲਣ ਦੇ ਕੋਈ ਇਮਦਾਦ ਦੇ ਦੇ ਇਹਨੇ ਪੈਸੇ ਕਮਾਉਂਦੇ ਜੇ ਕਿੱਥੇ ਲੈ ਕੇ ਜਾਣੇ ਸਾਡਾ ਵੀ ਹਿੱਸਾ ਕੱਢੋ ਬਿਜਲੀ ਵਾਲੇ ਮੈਂ ਆਪ ਬਿਜਲੀ ਵਰਗੀਆਂ ਦੇ ਕੋਈ ਆਪਣੇ ਆਸ ਗੱਬੇ ਚੋਂ ਗੱਲੇ ਚੋਂ ਦੇ ਤੇਰਾ ਗੱਲਾ ਭਰ ਜਾਊਗਾ ਜਿੰਨੇ ਮਰਜ਼ੀ ਦੇ ਦੇ ਮੈਂ ਕਿਹੜਾ ਵਾਪਸ ਕਰਨੀ 50 ਨਹੀਂ ਮੈਨੂੰ ਤੇ ਕੋਈ ਇਮਦਾਦ ਕਰੀਦੀ ਹੁੰਦੀ ਆ ਮੁਰਗੀਆਂ ਸਿਪਾ ਕਰੀ ਜਾਂਦੇ ਆ ਓਏ अस्सलाम वालेकुम खान साहब ਕੀ ਹਾਲ ਹੈ ਠੀਕ ਹੋ ਮੇਰੇ ਖਾਨ ਹੋਰ ਜਨਾਬ ਤੁਸੀਂ ਸੁਣਾਓ ਜਿਉਂਦਾ ਵੇਖਾਂ 10 ਦਾ ਨੋਟ ਦਿੱਤਾ ਤੇ 10 ਲੱਖ ਮਿਲਣਾ ਇੱਕ ਕੜਕ ਜੀ ਮੈਨੂੰ ਚਾਹ ਵੀ ਪਿਆਉਣੀ ਆ ਤੈਨੂੰ ਪਤਾ ਮੈਂ ਤੇਰੇ ਕੋਲ ਪੱਕੀ ਆਨੀ ਆ ਰੋਜ਼ ਹਨਾ ਪੱਕੀ ਕੜਕ ਚਾਹ ਤੇਜ਼ ਮੇਰੇ ਤੋਂ ਵੀ ਤੇਜ਼ ਪਿਆਉਣੀ ਆ ਹਾਂ ਮੈਂ ਵੈਸੇ ਨਾ ਅੰਦਰੋਂ ਤੇਰੀ ਆਸ਼ਿਕ ਹਾਂ ਮੈਂ ਤੇ ਤੇਰੇ ਪਿੱਛੇ ਯਕੀਨ ਕਰ ਝੰਗ ਤੋਂ ਟੁਰੀ ਆ ਹੋਰ ਸੁਣਾ ਖਾਂ ਜਿਉਂਦਾ ਰਹਿ ਅੱਲਾ ਤੈਨੂੰ ਜ਼ਿਆਦਾ ਦੇਵੇ ਚਲੋ ਕੋਈ ਗੱਲ ਨਹੀਂ ਉਹ ਕਢਾਏ ਦੀ ਗੱਡੀ ਬਾਹਰ ਇਥੋਂ ਆ ਵਾਈਟ ਰੰਗ ਵਾਲੀ ਵੇ ਬਾਊ ਸਲਾਮ ਅਲੈਕਮ ਵਾਲੇਕੁਮ ਸਲਾਮ ਰਕਸ਼ਾ ਪੁੱਤ ਪਰਾਂ ਕਰ ਲਾ ਪਰਾਂ ਆਹੋ ਮੈਂ ਕਿਹਾ ਬਾਊ ਨਾ ਇੱਥੇ ਬਾਊ ਜਵੇਦ ਦਾ ਲੱਗਦਾ ਪਰਾਂ ਕਰ ਸੂ ਪਰਾਂ ਮੈਂ ਕਿਹਾ ਬਾਊ ਜੀ ਇੱਕ ਮਿੰਟ ਯਾਰ ਮੋਟਰਸਾਈਕਲ ਵੀਰੇ ਇੱਧਰ ਕਰ ਲਾ ਪੁੱਤ ਸਟੈਂਡ ਤੁਸੀਂ ਆਪਣਾ ਹੀ ਸਮਝ ਲੈਂਦੇ ਹੋ ਮੈਂ ਕਿਹਾ ਠੇਕੇਦਾਰ ਜੀ ਇੱਧਰ ਵੀ ਵੇਖੋ ਇੱਟਾਂ ਸੁੱਟ ਰਹੇ ਉੱਤੇ ਨੂੰ ਸਟੈਂਡ ਦਾ ਮਾਲਕ ਆ ਮੈਂ ਤੇ ਇੱਟਾਂ ਸੁੱਟ ਰਿਹਾ ਤੂੰ ਮੇਰੇ ਉੱਤੇ ਛਿੱਟਾਂ ਸੁੱਟ ਰਿਹਾ ਵੇ ਬਾਊ ਕੀ ਹਾਲ ਆ ਫਸਟ ਕਲਾਸ ਤੁਹਾਨੂੰ ਤਾਂ ਪਤਾ ਮੈਂ ਇਸ ਬਾਜ਼ਾਰ ਚ ਆਂਦੀ ਜਾਂਦੀ ਰਹਿਨੀ ਆ ਗੁਲਾਬੋ ਮੈਨੂੰ ਕਹਦਾ ਪਤਾ ਮੈਂ ਚੌਂਕੀਦਾਰ ਆ ਬਾਜ਼ਾਰ ਦਾ ਮੂੰਹ ਤੇ ਤੇਰੇ ਚੌਂਕੀਦਾਰ ਆ ਗਈ ਬਾਊ ਐਵੇਂ ਮਹੂਜਤਾ ਨਾ ਕਰ ਮੈਂ ਅਮਦਾਦ ਸਟੈਂਡ ਦੇ ਮਾਲਕ ਨੂੰ ਜੁਗਤਾ ਕਰ ਰਹੇ ਆ ਤੂੰ ਕਰ ਰਹੀ ਹੈ ਅੱਛਾ ਗੱਲ ਸੁਣੋ ਸਾਡੇ ਕੋਲ ਅਮਦਾਦ ਹੀ ਕਰ ਦਿਓ ਅਮਦਾਦ ਯਾਰ ਇੱਕ ਪਰਸ ਮੁੰਡੇ ਕਾਕਾ ਪਰਸ ਤੇਰੇ ਕੋਲ ਇੱਕ ਮਿੰਟ ਠਹਿਰ ਆਹਾ ਆ ਆ ਜਿਹੜੀ ਤੂੰ ਅਮਦਾਦ ਕਰਨੀ ਲੱਗਦਾ ਭਾ ਅਮਦਾਦ ਕੋਲ ਲੈ ਕੇ ਦੇਣੇ ਆ ਕੋਈ ਆ ਫੜ ਯਾਰ ਖੈਰ ਮੇਰੇ ਬਾਊ ਦੀ ਦੁਆਰੇ ਵਾਸਤੇ ਰਹਿਣ ਮੈਂ ਤਸ਼ਰੀਫ ਵਾਲਾ ਸੋਨੇ ਦੇ ਸਿਰੇ ਲੱਗਣ ਬਾਊ ਤੈਨੂੰ ਮਿਹਰਬਾਨੀ ਮਿਹਰਬਾਨੀ ਵੱਡਾ ਲੱਗਣੇ ਤੇ ਨਹੀਂ ਵੈਸੇ ਪੁੱਤ ਸਾਈਕਲ ਪਰਾਂ ਕਰ ਲਾ ਕਾਕਾ ਇੱਥੇ ਵੈਗਨ ਲੱਗਦੀ ਆ ਨਾਲ ਦਿਆਂ ਦੀ ਆਹੋ ਸਿਆਪਾ ਵਾ ਪੱਕੇ ਗਾਹਕ ਆਪਣੇ ਹੋਰ ਸੁਣਾ ਕੀ ਹਾਲ ਹੈ ਬਾਊ ਬਸ ਠੀਕ ਮਹਿੰਗਾਈ ਇੰਨੀ ਹੋ ਗਈ ਆ ਤੇਰਾ ਕੀ ਜਾਵੇ ਮਹਿੰਗਾਈ ਨਾ ਤੇਰਾ ਟਗਾ ਨਹੀਂ ਲੱਗਦਾ ਤੂੰ ਮੰਗ ਕੇ ਸ਼ਾਮ ਨੂੰ ਨਿਕਲ ਜਾਨੀ ਲੈ ਮੰਗਣਾ ਕੋਈ ਐਡਾ ਸ਼ਾਂਤ ਨਹੀਂ ਆ ਬਾਊ ਅੱਛਾ ਹਾਂ 300 ਗੱਡੀਆਂ ਦੇ ਸ਼ੀਸ਼ੇ ਖੜਕਾਣੇ ਪੈਂਦੇ ਨੇ ਫਿਰ ਜਾ ਕੇ 10 ਰੁਪਏ ਮਿਲਦੇ ਨੇ ਅੱਛਾ ਇਹ ਮੁਸ਼ਕਲ ਕੰਮ ਹੈ ਲੈ ਸਾ ਮੁਸ਼ਕਲ ਕੰਮ ਦਿਲ ਦੀ ਗੱਲ ਸੁਣਾ ਅੱਜ ਢਿੱਡ ਦੀ ਸਾਰੇ ਦਿਨ ਫਿਰ ਕੇ ਕੰਮ ਕਰ ਥੱਕਦੀ ਨਹੀਂ ਤੂੰ ਬਾਊ ਕੀ ਕਰੀਏ ਪੇਟ ਦੀ ਖਾਤਰ ਫਿਰਨਾ ਟੁਰਨਾ ਪੈਂਦਾ ਐਡਾ ਕਿ ਤੇਰਾ ਪੇਟ ਆ ਕਿੰਨਾ ਕੁਛ ਲਾ ਇੰਨਾ ਹੋਣਾ ਅੱਜ ਜਿੱਦਾਂ ਮੇਰਾ ਪੇਟ ਹੈ ਉਹਦਾ ਤੇਰਾ ਪੇਟ ਹੈ ਬਲਕਿ ਤੇਰਾ ਵੇਟ ਹੈ ਮੈਂ ਕਿਹਾ ਬਾਊ ਕਿੰਨਾ ਪੈਸੇ ਕਮਾ ਲੈਣੀ ਦਿਹਾੜੀ ਚ ਬਾਊ ਬਸ ਹੋ ਹੀ ਜਾਂਦਾ ਕੋ 500-700 ਰੁਪਏ ਇਕੱਠਾ ਨਾ ਸੱਚੀ ਗੱਲ ਕਰ ਤੂੰ ਲੈ ਐਵੇਂ ਨਹੀਂ ਨਾ ਵਾਹ ਬਈ ਵਾਹ ਮੈਂ ਇੱਕ ਬਾਜ਼ਾਰ ਫਿਰੇ ਤੇ ਰੁਪਈਆ 3000 ਲੈ ਜਾਂਦੀ ਸ਼ਾਮ ਨੂੰ ਤੇਰਾ ਕੰਮ ਸਾਡੇ ਨਾਲੋਂ ਚੰਗਾ ਨਾ ਵੇ ਬਾਊ ਕਿੱਥੇ ਹੁਣ ਲੋਕ ਦਿੰਦੇ ਹੀ ਹੁਣ ਤੇ ਯਕੀਨ ਕਰ 300 ਬੰਦੇ ਕੋਲੋਂ ਮੰਗਿਆ ਤੇ ਵਿੱਚੋਂ 150 ਬੰਦਾ ਮਾਫੀ ਮੰਗਣ ਵਾਲਾ ਹੁੰਦਾ ਕਹਿੰਦਾ ਮਾਫ ਕਰ ਬਾਊ ਵੀ ਬਾਊ ਉਹ ਜਗ੍ਹਾ ਤੱਤੀ ਹੈ ਬਾਰ ਬਾਰ ਕੁਰਸੀ ਐਨੂੰ ਕਰੀ ਜਾਨੀ ਤੂੰ ਮੈਂ ਤੇਰੇ ਨੇੜੇ ਹੋਣਾ ਚਾਹੁੰਦੀ ਨੇੜੇ ਆ ਇੱਕ ਮਿੰਟ ਕਰ ਜਾ ਐਡਾ 100 ਸੀ ਨਾ ਨਵਾਂ ਮੈਂ ਤੈਨੂੰ ਦੇਤਾ ਉਹ ਥੋੜਾ ਪਰਾਂ ਹੋ ਜਾ ਕੰਮ ਦਾ ਟਾਈਮ ਆ ਬਾਊ ਕੀ ਹੋ ਗਿਆ ਯਕੀਨ ਕਰ ਮੈਨੂੰ ਤਾਂ ਆਪ ਲੋਕ ਨੇੜੇ ਬੰਦੇ ਨੇ ਤੇਰੀ ਉਸ ਚੜੇਲਰ ਦੀ ਸ਼ਕਲ ਹੈ ਕਿ ਜਿੱਦੋਂ ਡਰ ਨਹੀਂ ਆਉਂਦਾ ਹਾਸਾ ਨਿਕਲ ਜਾਂਦਾ ਬੰਦੇ ਦਾ ਥੋੜਾ ਨਾਲ ਹੋ ਜਾ ਤੇ ਪਰਾਂ ਇੰਨਾ ਕੁ ਬੜਾ ਬਾਊ 300 ਦੇ ਸਿਰੇ ਲੱਗਣੇ ਆ ਇਹ ਮੈਨੂੰ ਪਾਗਲ ਨਾ ਬਣਾ ਸੋਨਾ ਕਦੀ ਵੀ 600 ਰੁਪਏ ਤੋਲਾ ਨਹੀਂ ਹੋਣਾ ਪਰ ਮੇਰੀ ਤਾਂ ਦੁਆ ਹੈ ਨਾ ਤੈਨੂੰ ਸੋਨੇ ਦੇ ਸਿਰੇ ਲੱਗਣ ਡਾਕੂ ਤੇਰੀ ਧੌਣ ਲਾ ਕੇ ਲੈ ਜਾਣ ਅੱਛਾ ਤੈਨੂੰ 100 ਇਸ ਵਾਸਤੇ ਦਿੱਤਾ ਕਿ ਤੂੰ ਬਦਦੁਆਵਾਂ ਦੇਵੇਂ ਨਹੀਂ ਬਾਊ ਮੈਂ ਕਦੋਂ ਬਦਦੁਆਵਾਂ ਦੇਣੀ ਆ ਮੈਂ ਤਾਂ ਯਕੀਨ ਆਰਾਮ ਨਾਲ ਉਧਰ ਪਰਾਂ ਉਧਰ ਪਾਸੇ ਹੋ ਚੱਲ ਕੀ ਹੋਇਆ ਉਧਰ ਨਾਲ ਹੋ ਜਾ ਚੱਲ ਕੀ ਹੋਇਆ ਬਾਊ ਦੂਰ ਦੇ ਖੁਸਰੇ ਤੇ ਦੂਰ ਦੇ ਢੋਲ ਸੁਹਾਨੇ ਉਹ ਥੋੜਾ ਨਾਲ ਮੈਂ ਖੁਸਰਾ ਕਦੋਂ ਖਾਜਾ ਸਰਾਮ
ਮੈਂ ਖਾ ਜਾ ਸਰਾ ਹੁਣ ਤੇਰੀ ਕੀ ਹੈ ਸਲਾਹ ਨਾ ਕਰਿਆ ਕਰ ਬਾਉ ਮੈਂ ਤੇ ਲੰਘ ਦੇ ਕੰਮ ਪੁੱਤ ਛਾਵੇਂ ਲਾ ਲਾ ਇਹਨੂੰ ਨਿਰੀ ਲੜਾਈ ਆ ਇਸ ਕੰਮ 'ਚ ਨਾ ਉਹਨੇ ਪੈਸੇ ਨਹੀਂ ਕਿੰਨੀ ਟੈਨਸ਼ਨ ਆ ਬਾਉ ਤੇਰੀ ਵੀ ਕੀ ਜ਼ਿੰਦਗੀ ਆ ਕੀ ਆ? ਸਾਰਾ ਦਿਨ ਗੱਡੀਆਂ ਧੁੱਪੇ ਛਾਵੇਂ ਕਰਾਉਂਦੇ ਲੰਘ ਜਾਂਦੀ ਆ ਤੇਰੀ ਵੀ ਕੀ ਜ਼ਿੰਦਗੀ ਧੁੱਪ ਹੋਵੇ ਛਾਂ ਹੋਵੇ ਤੂੰ ਖੱਜਲ ਖਰਾਬ ਹੋਣਾ ਹੀ ਹੋਣਾ ਆਵੇ ਬਾਉ ਕੀ ਆ? ਮੈਂ ਕਿਹਾ ਗੱਲ ਸੁਣ ਕਦੀ ਸਾਡੀ ਵੀ ਸੁਣ ਲਿਆ ਕਰੋ ਉਧਰ ਨਾਲ ਹੋ ਜਾ ਤੇਰੀ ਕੀ ਸੁਣਾ ਤੇਰੀ ਘਰ ਵਾਲੇ ਨਹੀਂ ਸੁਣਦੇ ਬਾਉ ਕੀ ਹੋ ਗਿਆ ਉਹਦੇ ਨਾਲ ਤੇ ਹੋ ਜਾ ਮੇਰੇ ਪਿੱਛੇ ਤਾਂ ਯਕੀਨ ਕਰ ਫਿਲਮਾਂ ਵਾਲੇ ਭੱਜੇ ਫਿਰਦੇ ਆ ਤੇ ਉਹਨਾਂ ਦਾ ਲੈਣ ਦੇਣ ਕਲੀਅਰ ਕਰ ਹਾਂ ਆ ਨਾ ਮੈਂ ਜਿੰਨੀ ਦੇਰ ਤੱਕ ਸਟੂਡੀਓ ਨਾ ਜਾਵਾਂ ਅੱਛਾ ਗੇਟ ਤੇ ਨਹੀਂ ਖੁੱਲਦਾ ਸਟੂਡੀਓ ਦਾ ਵਜਾ ਚਾਬੀਆਂ ਮੇਰੇ ਕੋਲ ਹੁੰਦੀਆਂ ਨੇ ਆ ਜੋ ਪਾਕਿਸਤਾਨੀ ਫਿਲਮ ਇੰਡਸਟਰੀ ਦੇ ਹਾਲ ਹੋ ਗਏ ਚਾਬੀਆਂ ਤੇਰੇ ਕੋਲ ਹੀ ਹੋਣੀਆਂ ਚਾਹੀਦੀਆਂ ਹਾਂ ਬਹੁਤ ਇੱਕ ਦਿਨ ਮੈਂ ਨਾ ਸਟੂਡੀਓ ਕੌਣ ਹੁੰਦਾ ਸੀ ਜਿਹਦੇ ਵੱਡੇ ਲੋਕ ਹੁੰਦੇ ਸੀ ਹਾਂ ਸਗੀਰ ਰਾਣਾ ਸਾਹਿਬ ਹਾਂਜੀ ਮਾਸਟਰ ਅਬਦੁੱਲਾ ਸਾਹਿਬ ਜੀ ਬਿਲਕੁਲ ਸੁਲਤਾਨ ਰਾਈ ਸਾਹਿਬ ਵੱਡੀ ਦੁਨੀਆ ਮੈਂ ਇੰਡਸਟਰੀ ਬੜਾ ਗਈ ਆ ਅੱਜ ਕੱਲ ਜਿਵੇਂ ਦੀਆਂ ਫਿਲਮਾਂ ਬਣਨੀਆਂ ਚਾਬੀਆਂ ਤੇਰੇ ਕੋਲ ਹੀ ਹੋਣੀਆਂ ਚਾਹੀਦੀਆਂ ਲੈ ਮੈਂ ਬੜਾ ਫਿਲਮ ਇੰਡਸਟਰੀ ਗਈ ਆ ਫਿਰ ਉਹ ਅੱਗੋਂ ਕਿੱਥੇ ਗਏ ਨੇ ਉਹ ਅੱਗੋਂ ਪਤਾ ਨਹੀਂ ਕਿੱਥੇ ਚਲੇ ਗਏ ਨੇ ਬਾਉ ਮੈਂ ਨਾ ਇੱਕ ਵਜੇ ਸਟੂਡੀਓ ਗਈ ਫਿਰ ਤੇ ਉਹ ਫਿਲਮਾਂ 'ਚ ਨਹੀਂ ਆਉਂਦਾ ਜਿਹੜਾ ਸ਼ਾਨ ਲੈ ਜਿਹੜਾ ਸ਼ਾਨ ਮੰਗਿਆ ਰਿਹਾ ਤੇਰੇ ਨਾਲ ਜਾਂ ਉਹਦੇ ਨਾਲ ਪੜ੍ਹਦੀ ਰਹੀ ਤੂੰ ਲੈ ਪਰ ਏਡਾ ਵੱਡਾ ਲੈਜੈਂਡ ਹੀਰੋ ਸਾਡਾ ਉਹ ਜਿਹੜਾ ਸ਼ਾਨ ਮੇਰੇ ਤੇ ਮਾਰਦਾ ਵਾ ਤੁਹਾਨੂੰ ਕੀ ਪਤਾ ਮੇਰੇ ਹੁਸਨ ਦਾ ਮੈਂ ਸਟੂਡੀਓ ਗਈ ਅੱਗੇ ਨਾ ਸ਼ੂਟਿੰਗ ਹੋ ਰਹੀ ਅੱਛਾ ਮੂੰਹ ਥੋੜਾ ਜਿਹਾ ਦੂਰ ਰੱਖ ਤੇਰਾ ਹੁਸਨ ਮੇਦੇ ਨੂੰ ਪੈਂਦਾ ਸਿੱਧਾ ਚਲੋ ਇਸੇ ਬਹਾਨੇ ਤੇਰਾ ਮੇਦਾ ਠੀਕ ਹੋ ਜਾਏਗਾ ਮੈਂ ਕਿਹਾ ਮੈਂ ਨਾ ਸਟੂਡੀਓ ਗਈ ਤੇ ਸ਼ਾਨ ਨੇ ਰੌਲਾ ਪਾਤਾ ਕੀ ਬੋਤਲਾਂ ਲੈ ਆਓ ਬੋਤਲਾਂ ਲੈ ਆਓ ਫਿਰ ਮੈਂ ਭੱਜ ਕੇ ਲੈ ਆਈ ਹਾਂ ਹੁਣ ਤੂੰ ਕਿਤੇ ਹੋਰ ਵੀ ਬਾਜ਼ਾਰ ਮੰਗਣਾ ਜਾਂ ਤੇ ਹੁਣ ਮੇਰੇ ਕੋਲ ਮਿਲਣਾ ਹੀ ਰਹਿਣਾ ਨਹੀਂ ਮੰਗਦੇ ਤੇ ਸਾਰੀ ਦੇਰ ਤੇ ਮੰਗਦੀ ਰਹਿਣੀ ਆ ਕਿੰਨੀ ਦੇਰ ਤੋਂ ਇਸ ਕੰਮ 'ਚ ਤੂੰ ਮੈਨੂੰ ਮੈਂ ਇਹਦੇ ਵਿੱਚ ਇਹ ਹੌਸਲੇ ਨੇ ਮੈਨੂੰ ਤਾਂ ਕੋਈ 7-8 ਸਾਲ ਬਾਊ ਤੇ ਤੂੰ ਤੇ ਫਿਰ ਇਸ ਵੇਲੇ ਸੀਨੀਅਰ ਮੰਗਦੀ ਆ ਹਾਂ ਬਾਊ ਤਾਂ ਮੇਰੀ ਨਾ ਨਿੱਕੀ ਜੀ ਉਮਰ ਹੁੰਦੀ ਸੀ ਮੈਂ ਘਰੋਂ ਭੱਜ ਗਈ ਸਾਂ ਅੱਛਾ ਹਾਂ ਮੈਂ ਘਰੋਂ ਭੱਜ ਗਈ ਮੈਨੂੰ ਮੇਰੇ ਭਰਾ ਬੜਾ ਮਾਰਦੇ ਹੁੰਦੇ ਸੀ ਵਜਾ ਜਦੋਂ ਮੈਂ ਇੰਜ ਕਰਕੇ ਟੁਰਦੀ ਸੀ ਨਾ ਮੈਨੂੰ ਕਹਿੰਦੇ ਬੰਦਿਆਂ ਵਾਂਗੂ ਟੁਰ ਅੱਛਾ ਅਗਰ ਮੇਰੇ ਕੋਲ ਟੁਰਿਆ ਨਹੀਂ ਸੀ ਜਾਂਦਾ ਹੁੰਦਾ ਬਾਊ ਨਾ ਹੱਥ ਨਾ ਲਾ ਮੈਨੂੰ ਪਰੇ ਹੋ ਜਾ ਮੈਂ ਕੰਮ ਦੇ ਅੱਡੇ ਤੇ ਬੈਠਾ ਵਾਂ ਤੂੰ ਐਡੀ ਪੁਰਾਣੀ ਹੋ ਗਈ ਤੇਰੀ ਵੇਦੀ ਚਿੱਟੇ ਆ ਗਏ ਨੇ ਹਾਏ ਵੇ ਬਾਊ ਕਈ ਗੱਲਾਂ ਪਿਆ ਕਰਨਾ ਤੇ ਧੁੱਪੇ ਚਿੱਟੇ ਆ ਗਏ ਮੇਰੀ ਉਮਰ ਹੀ ਕੀ ਆ ਬਾਕੀ ਦੀ ਓ ਕੀ ਹੋ ਗਿਆ ਵਾ ਬਾਊ ਮੈਨੂੰ ਕੀ ਹੋ ਗਿਆ ਇੰਜ ਨਹੀਂ ਪਹਿਲੀ ਔਰਤ ਜਿਹੜੀ ਜਿਉਂ-ਜਿਉਂ ਤਿਆਰ ਹੁੰਦੀ ਹੈ ਨਾ ਤਿਉਂ-ਤਿਉਂ ਜ਼ਹਿਰ ਲੱਗਦੀ ਹੈ ਦੋਲਾ ਅਜ਼ਰਾ ਬੜਾ ਡੋਲਾ ਕਦੀ ਨਾ ਬਣਾਈ ਨਹੀਂ ਮੈਂ ਉਧਰ ਪਰਾਂ ਹੋ ਜਾ ਬਾਊ ਮੈਨੂੰ ਤੇ ਤੇਰੇ ਮੋਮਰਾਂ ਨਜ਼ਰ ਆ ਰਿਹਾ ਤੇਰੀਆਂ ਇਹਨਾਂ ਹਰਕਤਾਂ ਤੋਂ ਹੁਣ ਮੋਮਰ ਰਾਣਾ ਵੀ ਵਿਹਲਾ ਫਿਰਨ ਡਿਆ ਇਹਨੂੰ ਮੇਰੇ ਚ ਨਜ਼ਰ ਆਉਣ ਡਿਆ ਮਾਈਕਲ ਸਟੂਡੀਓ ਨਜ਼ਰ ਨਹੀਂ ਆਉਣ ਡਿਆ ਦੋਲਾ ਜ਼ਿਲ੍ਹਾ ਦੇਸ਼ ਆਰਾਮ ਹੱਥ ਪਰਾਂ ਕਰ ਗਾਣਾ ਸੁਣਾ ਸੁਣ ਲੈ ਗਾਣਾ ਸੁਣਾ ਯਕੀਨ ਕਰ ਮੈਂ ਮੇਰੇ ਕੋਲ ਤਾਂ ਖਲਾਰ ਕੇ ਮੇਰੇ ਕੋਲ ਗਾਣੇ ਸੁਣਦੇ ਆ ਤੂੰ ਖੁਸਰਾ ਇਹ ਸਕੂਟਰ ਨੇ ਕਿ ਤੈਨੂੰ ਇੱਕ ਲੱਤ ਖਿਲਾਰ ਕੇ ਸੁਣਦੇ ਨੇ ਟੱਕੀ ਜਾ ਢੋਲਣਾ ਉਹ ਨਾ ਕਰ ਜਿਵੇਂ ਦੀ ਤੇਰੀ ਸ਼ਕਲ ਹੈ ਤੂੰ ਅਗਲੇ ਨੂੰ ਕਿਹਾ ਕਰ ਬੱਚੀ ਜਾ ਡੋਲਣਾ ਟੱਕੀ ਹੋ ਗਈ ਆਮ ਕੁੜੀ ਨਹੀਂ ਹੈ ਵੀ ਅੱਛਾ ਹਾਂਜੀ ਕੋਈ ਸੁਰੀਲਾ ਗਾਣਾ ਸੁਣਾ ਫੇਰ ਮੈਂ ਤੈਨੂੰ ਹੋਰ ਪੈਸੇ ਦਿਆਂਗਾ ਸਰੀਲਾ ਆਹ ਵਧੀਆ ਗਿਆ ਮੈਡ ਮਦਰਾ ਜਾਂਦਾ ਅਜ਼ਰਾ ਹੁੰਦਾ ਆਹੋ ਸੁਣਾ ਦੇ ਗੱਲ ਸੁਣ ਵੇ ਸਜਣ ਦੇ ਆ ਕੰਗਣਾ ਹੱਥ ਤੋਂ ਬਗੈਰ ਗਾਣਾ ਕਿਉਂ ਨਹੀਂ ਸੁਣਾਉਂਦਾ ਮੈਂ ਤੇਰਾ ਚਾਰਜਰ ਹਾਂ ਗੱਲ ਤਾਂ ਸੁਣ ਲਾ ਲਾ ਲੈਂਦੇ ਹੱਥ ਬਾਹੂ ਸਾਨੂੰ ਸਾਰੀ ਦੁਨੀਆ ਲਾਂਦੀ ਅਸੀਂ ਕਦੀ ਇਤਰਾਜ਼ ਨਹੀਂ ਕੀਤਾ ਹੱਥ ਛੱਡ ਕੇ ਨਾ ਤਸਵੀਲਾ ਗਿਆ ਗਾਣਾ ਸੁਣਾ ਜਿਹੜਾ ਦਿਲ ਸਾਰਾ ਦਿਨ ਬਹਿ ਕੇ ਖੱਜਲ ਖਰਾਬੀ ਬੜੀ ਹੱਥ ਛੱਡ ਸਾਲ ਦਾ ਸਟੈਂਡ ਤੇ ਕੰਮ ਕੀਤਾ ਹੋਵੇ ਨਾ ਹਾਂ ਇੱਕ ਮੋਟਰਸਾਈਕਲ ਪਰੇ ਹੋ ਜਾਣਾ ਸਾਲ ਦੀ ਕਮਾਈ ਗਈ ਟੈਨਸ਼ਨ ਨਾ ਲੈ ਸਟੈਂਡ ਦੀ ਸਾਡੇ ਘਰ ਇੱਕ ਟੀਵੀ ਸਟੈਂਡ ਹੈਗਾ ਮੈਂ ਤੈਨੂੰ ਉਹ ਦੇ ਦਿਆਂਗੀ ਮੈਂ ਤੇ ਕਹਿੰਦਾ ਕੋਈ ਬੰਦਿਆਂ ਵਾਲਾ ਕੰਮ ਕਰ ਤੇ ਸਟੈਂਡ ਹੋ ਜਾ ਕੱਲ ਨੂੰ ਤੇਰੇ ਬੱਚੇ ਕੀ ਤੇਰਾ ਸਟੈਂਡ ਲੈਣਗੇ ਬੱਚੇ ਤੇ ਅਜੇ ਹੋਣੇ ਆ ਕਿਚੋਂ ਹਾਂ ਤੇ ਅੱਲਾ ਦਊਗਾ ਅੱਛਾ ਮੈਂ ਕਿਹਾ ਗੱਲ ਸੁਣ ਬਾਊ ਤੂੰ ਬਹੁਤ ਸੋਹਣਾ ਲੱਗਦਾ ਮੈਨੂੰ ਤਿਆਰ ਨਹੀਂ ਹੈ ਸਮੋਸੇ ਦੀ ਦੁਕਾਨ ਤੇ ਪਲੇਟ 'ਚ ਮੂੰਹ ਮਾਰਨੀ ਹੈ ਬਾਊ ਸਾਡੇ ਹੁਸਨ ਦੀ ਤੈਨੂੰ ਕਦਰ ਨਹੀਂ ਹੈ ਨਾ ਯਕੀਨ ਕਰ ਮੈਂ ਜਦੋਂ ਇਦੋਂ ਦੀ ਲੰਘ ਨਹੀਂ ਹੈ ਨਾ ਅੱਛਾ ਮੇਰਾ ਦਿਲ ਕਰਦਾ ਮੈਂ ਤੇਰੇ ਨਾਲ ਗੱਲਾਂ ਕਰਾਂ ਉਹ ਗੱਲਾਂ ਕਰ ਲੇਕਿਨ ਹੱਥ ਦੇ ਨਾਲ ਲਾ ਆਰਾਮ ਨਾਲ ਗੱਲਾਂ ਕਰ ਦਿਲ ਦੀਆਂ ਗੱਲਾਂ ਕਰਨੀਆਂ ਤੇਰੇ ਨਾਲ ਪੁਰਾਣਾ ਰਕਸ਼ਾ ਧੋਈਏ ਨਾ ਹਾਂ ਇੰਜਨ 'ਚ ਤੇਰੇ ਵਰਗੀ ਔਰਤ ਲੱਭਦੀ ਹੈ ਓਏ ਸ਼ੁਕਰ ਕਰ ਅੱਜ ਕੱਲ ਲੱਭਣ ਦੀ ਜਿੰਨੀ ਮਹਿੰਗਾਈ ਆਉਂਦੀ ਤੇ ਧਿਆਨ ਨਹੀਂ ਲੱਭਦੀ ਮੈਂ ਕਿਹਾ ਗੱਲ ਸੁਣ ਬਾਊ ਵਿਆਹ ਹੋਇਆ ਈ ਆ ਵਿਆਹ ਤੇ ਹੈ ਬੱਚੇ ਨੇ 3-4 ਬੁੱਢੇ ਹੈ ਵਿਆਹ ਹੋਇਆ ਤੇ ਬੱਚੇ ਹੈ ਨੇ ਬੱਚੇ ਯਾਮੇ ਚ ਨੇ ਦੂਜਾ ਵਿਆਹ ਕਰਨਾ ਈ ਕਿਹਦੇ ਨਾਲ ਮੇਰੇ ਨਾਲ ਉਹ ਗੱਲ ਸੁਣ ਮੇਰੀ ਹਾਂ ਬੰਗਣ ਮੁੰਗਣ ਵਾਲੀਆਂ ਗੱਲਾਂ ਕਰ ਆ ਗੱਲਾਂ ਮੇਰੇ ਨਾਲ ਵਿਆਹ ਵੀ ਹੋਈਆਂ ਤੂੰ ਨਹੀਂ ਕਰਨੀਆਂ ਨਹੀਂ ਗੱਲ ਸੁਣ ਲੈ ਅਰੇ ਕਿੰਨੇ ਭਰਾ ਹੋ ਅਸੀਂ ਆਹੋ 4 ਭਰਾ ਤੇ ਮੈਂ ਕੱਲੀ ਉਹਨਾਂ ਦੀ ਭੈਣ ਆ ਅਈਆ ਕਰ ਤੂੰ ਹਾਂ 3 ਹਫ਼ਤੇ ਤੇਰਾ ਮੂੰਹ ਨਾਲ ਧੋਓ ਉਹਨਾਂ ਨੂੰ ਵੱਡੀਆਂ ਮੁੱਛਾਂ ਹੋ ਜਾਣ ਤੈਨੂੰ ਕਿੰਨੂੰ ਮੈਂ ਮੁੱਛਾਂ ਆਣ ਹੀ ਨਹੀਂ ਦਿੰਦੀ ਕਿਉਂ ਹਾਂਜੀ ਮੈਂ ਨਾ ਚਿੜ ਕਰਕੇ ਸਾਰੀਆਂ ਲਾ ਤੇਰੀ ਗੱਲ ਸੁਣ ਬਾਊ ਚਿੜਚਿੜ ਕਾਦੀ ਤੂੰ ਮੈਨੂੰ ਬਹੁਤ ਪਸੰਦ ਆਇਆ ਓਏ ਹੱਥ ਛੱਡ ਕੇ ਗੱਲ ਕਰ ਜਾਂ ਦਫਾ ਹੋ ਜਾ ਕੇ ਸਵੇਰੇ ਮੇਰੇ ਮਗਰ ਪੈ ਗਿਆ ਮੈਂ ਲੋਕੀ ਤਾਂ ਗੁਲਾਬਾਂ ਨੂੰ ਖਲਾਰ ਕੇ ਸੁਣਦੇ ਬਾਊ ਵੇ ਇੱਕ ਤਰ੍ਹਾਂ ਹੀ ਨਿਕਲਿਆ ਵਾ ਤੂੰ ਮੈਂ ਤਾਂ ਤੈਨੂੰ ਅੰਦਰੋਂ ਪਿਆਰ ਕਰਨੀ ਕੌਣ? ਮੈਂ ਤੂੰ ਬਾਹਰੋਂ ਏਡੀ ਬੁਰੀ ਲੱਗਣੀ ਤੇ ਅੰਦਰੋਂ ਕਿੰਨੀ ਕੁ ਬੁਰੀ ਹੋਏਗੀ ਕੌਣ ਤੂੰ ਤੈਨੂੰ ਕੀ ਪਤਾ ਹੋਵੇ ਕੀ ਇਹ ਮਿਸਰ ਦਾ ਹੁਸਨ ਹੀ ਕਿਹੜਾ ਨਾ ਕਰਿਆ ਕਰ
ਇਹ ਮਿਸਰ ਦਾ ਕੋਝ ਬੁਣਾ ਹੈ। ਓਏ ਮੇਰੇ ਕੋਲੋਂ ਤਾਂ ਸਾਰੀਆਂ ਹਰਾਉਣਾ ਜਾਲਸ ਨੇ ਜਿਹੜੇ ਸਾਈਡ ਤੇ ਚਲੀ ਜਾਵਾਂ। ਸੋਹਣੀ ਕੁੜੀ ਦਾ ਵਿਆਹ ਹੋਵੇ ਨਾ ਖਾਵਨ ਅੰਦਰੋਂ ਕੁੰਡਾ ਲਾਉਂਦਾ ਹੈ। ਤੇਰੇ ਵਰਗੀ ਬੀਵੀ ਹੋਵੇ ਖਾਵਨ ਬਾਹਰੋਂ ਲਾ ਕੇ ਨਿਕਲ ਜਾਂਦਾ ਹੈ। ਉਹ ਤਾਂ ਸਹੀ ਗੱਲ ਹੈ ਨਾ, ਖਜ਼ਾਨਾ ਸੰਭਾਲ ਕੇ ਰੱਖਣਾ ਚਾਹੀਦਾ। ਕਿਹੜਾ ਖਜ਼ਾਨਾ? ਆ ਖਜ਼ਾਨਾ ਹੀ ਆ। ਮੇਰੇ ਨਾਲ ਦੇ ਬੰਦੇ ਨਾ ਕਾਲੇ ਹਿਰਨ ਤੇ ਮੇਰੇ ਨਾਲ ਦੇ ਮੂੰਹ ਕੈਸਾ ਬੰਦਾ ਕੈਸਾ ਨਿਕਲਿਆ ਮੂੰਹ? ਹਾਂ ਮੇਰੇ ਨਾਲ ਦੇ ਖਜ਼ਾਨੇ ਤੇ ਕਾਲੇ ਹਿਰਨ ਕਿਸਮਤ ਵਾਲੇ ਨੂੰ ਮਿਲਦੇ ਆ। ਅੱਛਾ ਯਾਰ ਗੱਲ ਸੁਣ, ਸੁਰੀਲਾ ਗਾਣਾ ਸੁਣਾ ਜਿਹੜਾ ਦਿਲ ਲੱਗੇ। ਖੱਜਲ ਹੋ ਗਿਆ ਧੁੱਪੇ ਬਹਿ ਬਹਿ ਕੇ। ਮੁੰਡੇ ਰੱਖੇ ਨੇ 3-4 ਸਟੈਂਡ ਤੇ। ਅੱਛਾ ਬੇਈਮਾਨੀ ਨਹੀਂ ਕਰਦੇ, ਕੰਮ ਨਹੀਂ ਕਰਦੇ। ਅੱਛਾ ਆਪ ਬਹਿਣਾ ਪੈਂਦਾ। ਬਾਉ ਮੈਨੂੰ ਇੱਥੇ ਕੰਮ ਤੇ ਰੱਖ ਲੈ। ਤੈਨੂੰ ਮੈਂ ਰੱਖ ਤੇ ਲਵਾਂ, ਲੋਕਾਂ ਦਾ ਦਿਲ ਲੱਗ ਜਾਣਾ। ਮੈਂ ਇਹਦੇ ਫਿਰ ਗੱਡੀ ਕਿੱਦਾਂ ਖਲੋਣੀ? ਉਸ ਵਾਲੇ ਸ਼ੁਕਰ ਕਰ ਲੋਕਾਂ ਦਾ ਦਿਲ ਲੱਗੇਗਾ, ਕਿਸੇ ਦਾ ਦਾ ਨਹੀਂ ਲੱਗੇਗਾ। ਆਏ ਦਿਨ ਤੇਰੇ ਗੱਡੀਆਂ ਚ ਸਟੱਪਣੀਆਂ ਕੱਢ ਕੇ ਲੋਕੀ ਲੈ ਜਾਂਦੇ ਨੇ। ਮੈਨੂੰ ਸਟੱਪਣੀ ਦਾ ਦੌਰ ਤੇ ਉਸ ਕਾਰਟੂਨ ਵਰਗੀ ਸ਼ਕਲ ਜਿਹੜਾ ਬੱਚੇ ਕਹਿੰਦੇ ਮਾਮਾ ਜੀ ਮੈंने नहीं देखना मुझे बुरा लगता है। ਹਾਂ ਕੀ ਹੋ ਗਿਆ? ਤੇਰੀ ਉਸ ਵੀਡੀਓ ਗੇਮ ਦੇ ਬਾਵੇ ਵਰਗੀ ਸ਼ਕਲ ਜਿਹੜਾ ਨਿੱਕੇ ਨਿੱਕੇ ਬੱਚੇ ਨਹੀਂ ਕਹਿੰਦੇ ਓਏ ਆ ਲੱਲਾ ਛੇਤੀ ਮਰ ਜਾਂਦਾ ਹੀ। ਉਹ ਬਾਬਾ ਸਾਨੂੰ ਹੁਣ ਬਾਬਾ ਬਣਾਤਾ ਵੇ। ਗਾਣਾ ਕੁਛ ਲੀਲਾ ਜਿਹਾ ਸੁਣਾ ਦੇ। ਗਾਣਾ ਸੁਣਾਵਾ? ਹਾਂ। ਹੋਰ ਪੈਸੇ ਦੇਗਾ? ਹਾਂ ਸੱਚੀ ਮੁੱਚੀ? ਪੱਕਾ ਲੈ ਫਿਰ ਸੁਣ ਲੈ। ਸੁਣਾ। ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ। ਤੈਨੂੰ ਸਾਰੇ ਨੈਸ਼ ਗਾਣੇ ਆਉਂਦੇ ਘਰੋਂ ਮਰਨ ਨਿਕਲੇ ਹੀ ਤੂੰ। ਯਾਰ ਮਰਨ ਵਾਲੇ ਗਾਣੇ ਨਾ ਕੋਈ ਖੁਸ਼ਹਾਲੀ ਵਾਲੇ ਗਾਣੇ ਸੁਣਾ। ਖੁਸ਼ਹਾਲੀ ਵਾਲੇ ਸੁਰੀਲੇ? ਆਹੋ ਮੇਰੇ ਮਤਲਬ ਹੁਣ ਦੱਸਣਾ ਵਾ। ਸੁਣਾ। ਮਿੱਟੀ ਦੇ ਖਿਡੌਣੇ ਕੜੀ। ਇਹ ਤੇਲ ਮਹਿੰਦੀ ਲਗਾਉਣ ਵਾਲਾ ਓਏ ਇਹ ਵੀ ਨੈਸ਼ ਹੀ ਹੈ। ਕੋਈ ਹੈਪੀ ਗਾਣਾ ਸੁਣਾ ਜਿਹੜਾ ਦਿਲ ਲੱਗੇ। ਸਟੈਂਡ ਤੇ ਬਹਿ ਬਹਿ ਮੱਤ ਵੱਜੀ ਹੈ। ਅੱਛਾ ਕੋਈ ਹੈਪੀ ਜਿਹਾ ਗਾਣਾ ਸੁਣਾ। ਤੇਰੀ ਉਸ ਗਾਜਰਾਂ ਦੀ ਸ਼ਕਲ ਜਿਹੜਾ ਕਹਿੰਦਾ ਭਾਜੀ ਆ ਨਾ ਜੂਸ ਪਾਉਣਾ ਗਲਾਸ ਖਰਾਬ ਕਰ ਦੇਗੀ। ਹਾਏ ਹਾਏ ਵੇ ਬਾਉ ਕੀ ਹੋ ਗਿਆ? ਜੁੱਤਾਂ ਕਰੀ ਜਾਣਦੇ ਹੋ ਸਾਨੂੰ। ਮੈਂ ਤੈਨੂੰ ਦਿਲੋਂ ਪਿਆਰ ਕਰਨੀ। ਆਈ ਲਵ ਯੂ ਨਾ ਕਰਿਆ ਕਰ ਆਈ ਹੇਟ ਯੂ। ਹਾਏ ਹਾਏ ਦਰ ਫੇਟੀਓ। ਆਪਣੀ ਅਸਲ ਕਹਾਣੀ ਸੁਣਾਓ। ਅਸਲ ਕਹਾਣੀ ਇਹ ਵੇ ਬਾਉ, ਮੈਂ ਯਕੀਨ ਕਰਕੇ ਮੰਗਣ ਵਾਲਾ ਖੁਸਰਾ ਨਹੀਂ। ਅੱਛਾ ਹਾਂ ਮੈਂ ਐਮਏ ਇੰਗਲਿਸ਼ ਕੀਤਾ ਭਾਈ। ਓਏ ਹੋਏ 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 ਹੋ ਤੁਸੀਂ ਹਾਂਜੀ ਐਮਏ ਇੰਗਲਿਸ਼ ਕੀਤਾ ਜੀ? ਮੇਰੇ ਮਾਂ-ਬਾਪ ਨੇ ਬੜੀ ਮੁਸ਼ਕਲ ਮੈਨੂੰ ਪੜਾਇਆ। ਅੱਛਾ ਐਮਏ ਇੰਗਲਿਸ਼ ਕਰਵਾਇਆ। ਮਾਂ-ਬਾਪ ਗਰੀਬ ਸੀ, ਇਹਨੇ ਪੈਸੇ ਤੇ ਲੈ ਲੈਣੀ ਸਾਂ, ਸੋਰਸ ਵਾਲੇ ਨਹੀਂ ਸਾਂ। ਜਗ੍ਹਾ ਜਗ੍ਹਾ ਤੇ ਨੌਕਰੀਆਂ ਤਲਾਸ਼ ਕਰਨ ਗਏ। ਜਿੱਥੇ ਗਏ ਆ ਸਿਫਾਰਿਸ਼, ਜਿੱਥੇ ਗਏ ਆ ਰਿਸ਼ਵਤ। ਸਹੀ ਗੱਲ। ਸਿਫਾਰਿਸ਼ ਸਾਡੇ ਕੋਲ ਹੈ ਨਹੀਂ ਸੀ। ਮੇਰੇ ਵਾਲੇ ਸਾਹਿਬ ਨੇ ਮੈਨੂੰ ਔਖੇ ਸੌਖੇ ਹੋ ਕੇ 3-4 ਲੱਖ ਰੁਪਏ ਇਕੱਠਾ ਕਰਕੇ ਦਿੱਤਾ। ਇੱਕ ਬੰਦੇ ਨੂੰ ਮੈਂ ਕਿਹਾ ਯਾਰ ਮੈਨੂੰ ਭਰਤੀ ਕਰਵਾ ਦੇ ਕਿਸੇ ਮਹਿਕਮੇ 'ਚ। ਉਹਨੇ ਕਹੀ ਕਰਵਾ ਦੇਵਾਂਗੇ। ਉਹ 4 ਲੱਖ ਰੁਪਏ ਉਹਨੂੰ ਦਿੱਤਾ ਬਾਊ ਜੀ। ਉਹ 4 ਲੱਖ ਰੁਪਏ ਲੈ ਕੇ ਅੱਜ ਤੱਕ ਨਹੀਂ ਲੱਭਿਆ। ਛੋਟੇ ਛੋਟੇ ਭੈਣ ਭਰਾ, ਮਾਂ ਬਾਪ, ਬੱਚੇ, ਉਹਨਾਂ ਨੂੰ ਵਿਲਕਦਾ ਵੇਖਿਆ ਨਹੀਂ ਗਿਆ ਤੇ ਬੜਾ ਵੱਡਾ ਆਪਣੇ ਦਿਲ ਤੇ ਪੱਥਰ ਰੱਖਿਆ। ਬੜੀਆਂ ਜਗ੍ਹਾ ਤੇ ਮੈਂ ਨੌਕਰੀ ਤਲਾਸ਼ ਕਰਨ ਗਿਆ ਬਾਊ ਜੀ। ਅੱਛਾ ਸਿਫਾਰਿਸ਼, ਰਿਸ਼ਵਤ, ਹਰ ਜਗ੍ਹਾ ਤੇ ਹੀ ਮੰਗਦੇ ਸਨ। ਸਿਫਾਰਿਸ਼ ਮੇਰੇ ਕੋਲ ਹੈ ਨਹੀਂ ਸੀ। ਰਿਸ਼ਵਤ ਵਾਸਤੇ ਪੈਸੇ ਮੇਰੇ ਬਾਪ ਨੇ ਇਕੱਠੇ ਕਰਕੇ ਮੈਨੂੰ ਦਿੱਤੇ। ਬਸ ਇੱਕ ਬੰਦੇ ਨੂੰ ਦਿੱਤੇ ਤੇ ਉਸ ਤੋਂ ਬਾਅਦ ਨਜ਼ਰ ਹੀ ਨਹੀਂ ਆਇਆ। ਮਾਂ ਬਾਪ ਦਾ, ਭੈਣ ਭਰਾਵਾਂ ਦਾ, ਬੀਵੀ ਬੱਚਿਆਂ ਦਾ ਪੇਟ ਪਾਲਣ ਲਈ ਮੈਨੂੰ ਇਹ ਰੂਪ ਅਖਤਿਆਰ ਕਰਨਾ ਪਿਆ। ਹੁਣ ਮੈਂ ਗੈਟਅਪ ਕਰਕੇ, ਇਹ ਮੇਕਅਪ ਕਰਕੇ ਚੌਂਕਾਂ 'ਚ ਮੰਗਣਾ ਵਾ ਤੇ ਸ਼ਾਮ ਨੂੰ ਆਪਣੇ ਬੱਚਿਆਂ ਵਾਸਤੇ ਕੋਈ ਰੋਟੀ ਰੋਜ਼ੀ ਲੈ ਜਾਣਾ। ਤੁਸੀਂ ਵੇਖਿਆ ਨਾਜ਼ਰੀਨ, ਸਾਡੇ ਪਿਆਰੇ ਵਤਨ 'ਚ ਲੋਕ ਪੜ੍ਹ ਲਿਖ ਕੇ ਵੀ ਅੱਛੀ ਤਾਲੀਮ ਹਾਸਲ ਕਰਕੇ ਵੀ ਅੱਛੀ ਨੌਕਰੀ ਤੇ ਪਹੁੰਚਦੇ ਨਹੀਂ। ਪਲੀਜ਼ ਜਿਹੜੇ ਅੱਛੀਆਂ ਸੀਟਾਂ ਤੇ ਬੈਠੇ ਨੇ ਉਹਨਾਂ ਅੱਗੇ ਇਹ ਅਰਜ਼ ਜ਼ਰੂਰ ਕਰਾਂਗੇ, ਜਿਹੜੇ ਲੋਕ ਆਪਣੀ ਮਿਹਨਤ ਨਾਲ ਪੜ੍ਹ ਕੇ ਅੱਗੇ ਆਉਂਦੇ ਨੇ ਉਹਨਾਂ ਨੂੰ ਸਪੋਰਟ ਜ਼ਰੂਰ ਕਰੋ। ਥੈਂਕ ਯੂ।